ਵਾਹਿਗੁਰੂ ਸਾਹਿਬ ਜੀਓ। ਧੰਨ ਵਾਹਿਗੁਰੂ ਸਾਹਿਬ ਜੀਓ। ਹਮ ਅਵਗੁਣ ਪਰੇ एक गुण नाही, अमृत छाड़ बिखै बिख खाही। माया मोह भरम पै भूले, सुत दारा स्यों प्रीत लगाही। एक उत्तम पंथ सुनिहो गुर संगत, तेह मिलंत जम त्रास मिटाय। एक अरदास पाठ कीरत की, गुरु रामदास राखो शरणाय। एक अरदास पाठ कीरत की, गुरु रामदास राखो शरणाई। हाजरा हजूर ज़हरा जहूर सर्व कला भरपूर, साझी वार्ता दे प्रतीक, ज्ञान दे अगमी सागर, दीन दुनी दे पातशाह, दसां पातशाहियां दी जागदी जोत शब्द गुरु धन धन साहिब श्री गुरु ग्रंथ साहिब महाराज पातशाह जी दी पावन पवित्र हजूरी अंदर जुड़ मिल बैठी गुरु प्यारी गुरु सवारी गुरु साजी साध संगत जियो। आप जी वडभागे हो, सतगुर पातशाह जी दे चरण कमलों विच हाजरियां लवा रहे हो। बड़े ही प्यार नाल रब्बी बाणी का पाठ सत्कारयोग भाई साहब पासों श्रवण किया है। आओ समा है गुरमत विचारां दा। आप सरबत माई भाई अपनी मर्दियां बिरतियां एकागर करके सतगुर पातशाह जी की पवित्र बाणी नाल जोड़न का यत्न करिए। असीस बख्शो, बुलाओ फतेह। वाहिगुरू जी का खालसा, वाहिगुरू जी की फतेह। सतगुरु धन गुरु गुरु ग्रंथ साहिब महाराज पातशाह जी जिन्हों ने अपार कृपा बख्शिश की है, जो आपां कल रोज मन विषय के उत्ते विचारां साझियां कीतियां सन। सतगुरु धन गुरु गुरु अमरदास महाराज पातशाह जी का पवित्र बचन, जिंदी विचार आपां कल के दीवाना विच साझी कीती सी। मन मैले सब किश मैला, तन धोते मन अच्छा ना होए। यह जगत भरम भुलाया, विरला बूझे कोई, कोई विरला है जिन्हों इस गल की सोझी हो जाती है, समझ प्राप्त हो जाती है गुरु की कृपा राही कि केवल तन के धोतियां मन का इशनान नहीं होता। ते जे मन मैला है तो फिर ये तन भी मैला है। मन मैले सब किश मैला, तन धोते मन अच्छा ना होए। तन नूं साफ रखण नाल, तन नूं धोण नाल मन जिहड़ा है वो निर्मल नहीं हुंदा। तां मैला मन जिहड़ा है वो संसार के कार विहार दे विच बहुत खुश रहिंदा है। मैला मन संसार दे जिन्ने भी कार विहार हैं, विषय विकार हैं, उन्हां दे विच हमेशा ही प्रसन्न चित रहिंदा है। तो गुरुदेव आखते ने मन मैला हुंदा क्यों है? तो मन मैला परमात्मा के नाम तो बिना
ਮੈਲਾ ਹਰ ਕੇ ਨਾਮ ਬਿਨ ਜੀਓ। ਪਰਮਾਤਮਾ ਦੇ ਨਾਮ ਤੋਂ ਬਿਨਾ ਇਹ ਮਨ ਮੈਲਾ ਹੁੰਦਾ ਹੈ। ਤਾਂ ਇਸ ਮੈਲੇ ਹੋਏ ਮਨ ਨੂੰ ਨਿਰਮਲ ਕਰਨ ਦਾ, ਪਵਿੱਤਰ ਕਰਨ ਦਾ ਢੰਗ, ਜੁਗਤ ਜਿਹੜੀ ਹੈ ਉਹ ਸਾਨੂੰ ਗੁਰੂ ਕੋਲੋਂ ਸਿੱਖਣੀ ਪਵੇਗੀ ਵੀ ਇਹ ਮੈਲਾ ਮਨ ਜਿਹੜਾ ਹੈ ਨਿਰਮਲ ਕਿਵੇਂ ਹੋਵੇ, ਪਵਿੱਤਰ ਕਿਵੇਂ ਹੋਵੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਨੇ ਇਸ ਜਗਤ ਜਲੰਦੇ ਨੂੰ ਠਾਰਨ ਵਾਸਤੇ ਬਹੁਤ ਹੀ ਲੰਮੇ ਪ੍ਰਚਾਰਕ ਦੌਰੇ ਜਿਹੜੇ ਨੇ ਆਪਣੇ ਸਮੇਂ ਦੌਰਾਨ ਕੀਤੇ ਹਨ। ਤੇ ਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ ਰਾਹੀਂ, ਗੁਰਬਾਣੀ ਉਪਦੇਸ਼ ਰਾਹੀਂ ਮਲੀਨ ਚਿੱਤ ਮਨੁੱਖਾਂ ਦੇ ਮਨ ਨੂੰ ਨਿਰਮਲ ਕਰ ਦਿੱਤਾ। ਰੱਬੀ ਬਾਣੀ ਰਾਹੀਂ, ਰੱਬੀ ਗਿਆਨ ਰਾਹੀਂ ਉਹਨਾਂ ਦੇ ਹਿਰਦੇ ਦੀ ਮੈਲ ਨੂੰ ਧੋ ਦਿੱਤਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਦੇ ਪਵਿੱਤਰ ਉਪਦੇਸ਼ ਨੂੰ ਸੁਣ ਕੇ, ਉਹਨਾਂ ਦੀ ਸਿੱਖਿਆਵਾਂ ਨੂੰ ਗ੍ਰਹਿਣ ਕਰਕੇ ਬੇਅੰਤ ਐਸੇ ਮਨੁੱਖ ਸਨ ਜਿਨ੍ਹਾਂ ਦਾ ਹਿਰਦਾ ਮੈਲਾ ਸੀ, ਜਿਨ੍ਹਾਂ ਦਾ ਚਿੱਤ ਮੈਲਾ ਸੀ, ਕਠੋਰ ਸੀ, ਉਹਨਾਂ ਦੇ ਹਿਰਦੇ ਵੀ ਪਵਿੱਤਰ ਹੋ ਗਏ। ਧੰਨ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਜਦੋਂ ਮੁਲਤਾਨ ਦੀ ਧਰਤੀ ਤੇ ਗਏ ਨੇ, ਉਹਦੇ ਨੇੜੇ ਇੱਕ ਨਗਰ ਹੈ ਜਿਹਦਾ ਨਾਮ ਹੈ ਤੁਲੰਬਾ। ਤੁਲੰਬੇ ਦੀ ਧਰਤੀ ਤੇ ਮਹਾਰਾਜ ਪਾਤਸ਼ਾਹ ਜੀ ਨੇ ਚਰਨ ਪਾਏ ਨੇ। ਤਾਂ ਇੱਥੇ ਇੱਕ ਸੱਜਣ ਨਾਂ ਦਾ ਧਰਮੀ ਪਹਿਰਾਵਾ ਪਾ ਕੇ ਮਨੁੱਖ ਰਹਿੰਦਾ ਹੈ। ਇਹ ਪਹਿਲਾਂ ਧਰਮੀ ਸੀ, ਇਹਦੇ ਕੰਮ ਧਰਮੀਆਂ ਵਾਲੇ ਚੰਗੇ ਸਨ ਤੇ ਲੋਕ ਇਹਦੇ ਧਰਮੀ ਪੱਖ ਨੂੰ ਵੇਖ ਕੇ ਬੜੇ ਪ੍ਰਭਾਵਿਤ ਸਨ। ਤੇ ਇਸ ਦੇ ਉਸ ਧਰਮੀ ਪਹਿਰਾਵੇ ਕਾਰਨ, ਧਰਮੀ ਸੋਚ ਕਾਰਨ ਲੋਕ ਜਿਹੜੇ ਨੇ ਇਹਦਾ ਇਲਾਕੇ ਵਿੱਚ ਬਹੁਤ ਸਤਿਕਾਰ ਕਰਦੇ ਸਨ। ਤੇ ਸਮਾਂ ਪਾ ਕੇ ਇਹਨੇ ਉਸ ਇਲਾਕੇ ਦੇ ਵਿੱਚ ਇੱਕ ਮੁਸਾਫਰਖਾਨਾ ਖੋਲ੍ਹਿਆ ਹੋਇਆ ਸੀ, ਧਰਮਸ਼ਾਲਾ ਕਹਿ ਲਓ, ਜਿੱਥੇ ਲੋਕ ਰਾਤ ਨੂੰ ਆ ਕੇ ਆਰਾਮ ਕਰਿਆ ਕਰਦੇ ਸਨ, ਵਿਸ਼ਰਾਮ ਕਰਦੇ ਸਨ। ਹੁਣ ਨਾਮ ਸੱਜਣ ਹੈ, ਪਹਿਰਾਵਾ ਵੀ ਧਰਮੀਆਂ ਵਾਲਾ ਹੈ ਤੇ ਲੋਕਾਂ ਵਿੱਚ ਪ੍ਰਭਾਵ ਵੀ ਹੈ। ਤੇ ਜਿਹੜੇ ਮੁਸਾਫਰ ਨੇ ਉਹ ਆ ਕੇ ਇਹਦੇ ਮੁਸਾਫਰਖਾਨੇ ਦੇ ਵਿੱਚ ਰਾਤ ਕੱਟਦੇ ਨੇ, ਪਰ ਪਤਾ ਨਹੀਂ ਸਮਾਂ ਪਾ ਕੇ ਕਦੋਂ ਸੱਜਣ ਜਿਹੜਾ ਹੈ, ਕੇਵਲ ਸੱਜਣ ਨਹੀਂ, ਠੱਗੀਆਂ ਕਰਨ ਲੱਗ ਗਿਆ, ਕਦੋਂ ਚਿੱਤ ਮੈਲਾ ਹੋ ਗਿਆ, ਮਨ ਵਿਕਾਰੀ ਹੋ ਗਿਆ, ਬੁਰੇ ਪਾਸੇ ਜਿਹੜਾ ਖਿਆਲ ਹਮੇਸ਼ਾ ਬਣਿਆ ਰਹਿਣ ਲੱਗ ਗਿਆ। ਜਿਹੜੇ ਮੁਸਾਫਰ ਆਉਂਦੇ ਉਹਨਾਂ ਨੂੰ ਵੇਖ ਲੈਂਦਾ ਵੀ ਇਹਨਾਂ ਕੋਲ ਚੰਗਾ ਮਾਲ ਅਸਬਾਬ, ਧਨ ਦੌਲਤ ਹੋਵੇਗੀ, ਤੇ ਉਹਨਾਂ ਨੂੰ ਉਹ ਜਿਹੜਾ ਹੈ ਰਾਤ ਨੂੰ ਸੌਣ ਤੋਂ ਬਾਅਦ ਲੁੱਟ ਲੈਂਦਾ ਜਾਂ ਉਹਨਾਂ ਨੂੰ ਮਾਰ ਦਿੰਦਾ ਤੇ ਉਹਨਾਂ ਤੋਂ ਕੀਮਤੀ ਸਮਾਨ ਜਿਹੜਾ ਉਹ ਲੁੱਟ ਲੈਂਦਾ ਸੀ। ਹੁਣ ਲੋਕ ਇਹਦੇ ਪਹਿਰਾਵੇ ਨੂੰ ਵੇਖ ਕੇ ਉਸ ਧਰਮਸ਼ਾਲਾ ਦੇ ਵਿੱਚ ਆਉਂਦੇ ਨੇ, ਇਹਦੇ ਭੇਖ ਨੂੰ ਵੇਖ ਕੇ ਲੋਕਾਂ ਵਿੱਚ ਇਹਦਾ ਨਾਮ ਹੈ, ਇਹਦੇ ਨਾਮ ਨੂੰ ਸੁਣ ਕੇ ਆਉਂਦੇ ਨੇ, ਰਾਤ ਨੂੰ ਆਰਾਮ ਕਰਦੇ ਨੇ। ਪਰ ਇਹ ਕੀ ਕਰਦਾ ਹੈ, ਉਹਨਾਂ ਨੂੰ ਲੁੱਟ ਲੈਂਦਾ ਹੈ, ਕੀਮਤੀ ਧਨ ਪਦਾਰਥ ਉਹਨਾਂ ਤੋਂ ਖੋਹ ਲੈਂਦਾ ਹੈ, ਉਹਨਾਂ ਨੂੰ ਮਾਰ ਦਿੰਦਾ ਹੈ। ਜਦੋਂ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਆਪ ਤੁਲੰਬੇ ਦੀ ਧਰਤੀ ਤੇ ਆਏ ਨੇ ਤੇ ਗੁਰਦੇਵ ਪਾਤਸ਼ਾਹ ਜੀ ਦੇ ਨਾਲ ਭਾਈ ਮਰਦਾਨਾ ਜੀ ਨੇ। ਹੁਣ ਭਾਈ ਮਰਦਾਨਾ ਜੀ ਨਾਲ ਨੇ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜਦੋਂ ਉਸ ਮੁਸਾਫਰਖਾਨੇ ਵਿੱਚ ਆਏ ਤਾਂ ਜਿਹੜਾ ਸੱਜਣ ਹੈ ਉਹਨੇ ਆਉਂਦਿਆਂ ਹੀ ਵੇਖ ਲਿਆ ਵੀ ਇਹ ਕੋਈ ਆਮ ਵਿਅਕਤੀ ਨਹੀਂ, ਇਹ ਕਿਸੇ ਅਮੀਰ ਘਰਾਣੇ ਵਿੱਚੋਂ ਨੇ। ਉਹਨਾਂ ਦਾ ਪਹਿਰਾਵਾ ਤੇ ਉਹਨਾਂ ਦਾ ਮਾਲ ਧਨ ਵੇਖ ਕੇ ਸੱਜਣ ਜਿਹੜਾ ਹੈ ਮਨ ਵਿੱਚ ਇਹ ਖਿਆਲ ਲੈ ਕੇ ਆਉਂਦਾ ਹੈ ਵੀ ਇਹਨਾਂ ਕੋਲ ਕਾਫੀ ਕੀਮਤੀ ਧਨ ਦੌਲਤ ਹੋਣੀ ਹੈ ਤੇ ਮੈਂ ਅੱਜ ਇਹਨਾਂ ਨੂੰ ਲੁੱਟਣਾ ਹੈ। ਹੁਣ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਜਦੋਂ ਸੱਜਣ ਦੇ ਕੋਲ ਨੇ ਤੇ ਸੱਜਣ ਬੜੀ ਸੇਵਾ ਕਰ ਰਿਹਾ, ਕਦੀ ਜਲ ਲਿਆ ਰਿਹਾ, ਕਦੀ ਪ੍ਰਸ਼ਾਦਾ ਛਕਾਉਣ ਦੀ ਗੱਲ ਕਰਦਾ ਹੈ, ਬੜੀ ਹਾਵ ਭਾਵ ਦੇ ਨਾਲ ਸੇਵਾ ਮਾਨੋ ਕਰਦਾ ਹੈ।
ਤੇ ਭਾਈ ਮਰਦਾਨਾ ਜੀ ਵੇਖ ਕੇ ਬੜੇ ਪ੍ਰਭਾਵਿਤ ਹੁੰਦੇ ਨੇ। ਉਹ ਕਹਿਣਗੇ ਸਤਿਗੁਰੂ ਐਸੇ ਲੋਕ ਦੁਨੀਆ ਵਿੱਚ ਬੜੇ ਘੱਟ ਹੁੰਦੇ ਨੇ ਜਿਹੜੇ ਇੰਨੀ ਸੇਵਾ ਭਾਵਨਾ ਦੇ ਨਾਲ ਕੰਮ ਕਰਦੇ ਨੇ। ਵੇਖੋ ਕਿਵੇਂ ਇਹ ਸੇਵਾ ਕਰ ਰਹੇ ਆ। ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਭਾਈ ਮਰਦਾਨੇ ਨੂੰ ਆਖਿਆ, ਕਹਿਣ ਲੱਗੇ ਭਾਈ ਮਰਦਾਨਿਆ ਇਹ ਕੇਵਲ ਇਹਦਾ ਭੇਖ ਹੈ, ਇਹ ਦਿਖਾਵਾ ਹੈ, ਅਸਲ ਵਿੱਚ ਇਹ ਠੱਗ ਹੈ। ਹੁਣ ਭਾਈ ਮਰਦਾਨਾ ਜੀ ਕਹਿ ਲਗੇ ਵੀ ਸਤਿਗੁਰੂ ਪਹਿਲਾਂ ਬੜੇ ਠੱਗ ਮਿਲੇ ਨੇ, ਪਹਿਲਾਂ ਬੜੇ ਲੋਕ ਮਿਲੇ ਨੇ, ਪਰ ਮੈਨੂੰ ਨਹੀਂ ਲੱਗਦਾ ਵੀ ਇਹ ਇਹੋ ਜਿਹਾ ਮਨੁੱਖ ਹੋਵੇਗਾ, ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਸੇਵਾ ਕਰ ਰਿਹਾ ਲੱਗਦਾ ਨਹੀਂ। ਗੁਰਦੇਵ ਕਹਿਣਗੇ ਨਹੀਂ ਭਾਈ, ਇਹ ਕੇਵਲ ਇਹਦਾ ਬਾਹਰੀ ਪਹਿਰਾਵਾ ਵੇਖ ਕੇ, ਬਾਹਰੀ ਧਰਮੀ ਪੱਖ ਵੇਖ ਕੇ, ਭੇਖ ਵੇਖ ਕੇ ਤੇ ਤੂੰ ਇਹ ਅੰਦਾਜ਼ਾ ਨਾ ਲਾ ਵੀ ਇਹ ਮਨੁੱਖ ਵਾਕਿਆ ਹੀ ਸੱਜਣ ਹੋਵੇਗਾ। ਜਦੋਂ ਮਹਾਰਾਜ ਨੇ ਬਚਨ ਆਖੇ ਸਮੇਂ ਦੀ ਉਡੀਕ ਕੀਤੀ। ਹੁਣ ਜਦੋਂ ਰਾਤ ਹੋਈ ਤੇ ਸੱਜਣ ਜਿਹੜਾ ਉਹ ਭੋਜਨ ਲੈ ਕੇ ਆਇਆ, ਗੁਰੂ ਪਾਤਸ਼ਾਹ ਜੀ ਕਹਿ ਲਗੇ ਨਹੀਂ ਭਾਈ ਅਸੀਂ ਭੋਜਨ ਨਹੀਂ ਛਕਣਾ। ਉਹ ਕੀ ਕਰਦਾ ਸੀ, ਭੋਜਨ ਦੇ ਵਿੱਚ ਕੋਈ ਇਹੋ ਜਿਹੀ ਚੀਜ਼ ਮਿਲਾ ਦਿੰਦਾ ਸੀ ਜਿਹਦੇ ਨਾਲ ਖਾ ਕੇ ਤੇ ਮਨੁੱਖ ਬੇਹੋਸ਼ੀ ਦੀ ਅਵਸਥਾ ਵਿੱਚ ਹੋ ਜਾਂਦਾ ਸੀ। ਤੇ ਗੁਰੂ ਸਾਹਿਬ ਜਾਣਦੇ ਸਨ, ਕਹਿਣ ਲੱਗੇ ਨਹੀਂ ਅਸੀਂ ਕੁਛ ਨਹੀਂ ਛਕਣਾ। ਸਾਨੂੰ ਜਿਹੜੀ ਭੁੱਖ ਲੱਗੀ ਹੈ, ਆਤਮਕ ਭੁੱਖ ਲੱਗੀ ਹੈ, ਤਾਂ ਅਸੀਂ ਉਹ ਖੁਰਾਕ ਜਿਹੜੀ ਹੁਣ ਲੈਣੀ ਹੈ। ਹੁਣ ਸੱਜਣ ਉਡੀਕ ਲੱਗਾ ਨਾਲ ਦੇ ਕਮਰੇ ਵਿੱਚ ਬੈਠ ਕੇ ਵੀ ਕਦੋਂ ਇਹ ਸੌਣਗੇ ਤੇ ਕਦੋਂ ਮੈਂ ਇਹਨਾਂ ਨੂੰ ਲੁੱਟਣਾ। ਪਰ ਉਧਰੋਂ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਭਾਈ ਮਰਦਾਨੇ ਨੂੰ ਆਖਦੇ ਨੇ, ਮਰਦਾਨਿਆ ਰਬਾਬ ਛੇੜ ਬਾਣੀ ਆਈ। ਸੂਹੀ ਰਾਗ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਅੱਜ ਵੀ ਉਹ ਸਾਨੂੰ ਜਿਹੜਾ ਉਪਦੇਸ਼ ਉਹਨਾਂ ਸੱਜਣ ਠੱਗ ਨੂੰ ਕਰੀ ਦਿੱਤਾ ਸੀ, ਅੱਜ ਸਾਨੂੰ ਉਹ ਉਪਦੇਸ਼ ਗੁਰੂ ਸਾਹਿਬ ਦੇ ਰਹੇ ਨੇ। ਜਦੋਂ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਨੇ ਸੋਹੀ ਰਾਗ ਵਿੱਚ ਉਹ ਸ਼ਬਦ ਉਚਾਰਨ ਕੀਤਾ, ਗਾਇਨ ਕਰਨਾ ਆਰੰਭ ਕੀਤਾ ਤੇ ਸੱਜਣ ਦੇ ਕੰਨਾਂ ਵਿੱਚ ਉਹ ਜਦੋਂ ਬੋਲ ਪਏ ਤੇ ਉਹਨੂੰ ਮਹਿਸੂਸ ਹੋਇਆ ਵੀ ਜਿਵੇਂ ਇਹ ਮੇਰੇ ਅੰਦਰ ਦੇ ਮਨ ਦੀ ਹਾਲਤ ਨੂੰ ਜਾਣਦੇ ਨੇ। ਤੇ ਬਿਲਕੁਲ ਉਹ ਸਾਰੀ ਤਸਵੀਰ ਸੱਜਣ ਦੇ ਸਾਹਮਣੇ ਆ ਗਈ। ਹੁਣ ਧੰਨ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਗੁਰਦੇਵ ਕਿਰਪਾ ਕਰਦੇ ਨੇ, ਉਜਲ ਕਹਿਆ ਚਲਕਣਾ ਘੋਟਿਮ ਕਾਲੜੀ ਮਸ ਧੋਤਿਆਂ ਝੂਠ ਨਾ ਉਤਰੈ ਜੇ ਸੋ ਧੁਆ ਤਿਸ। ਜਦੋਂ ਗੁਰੂ ਸਾਹਿਬ ਨੇ ਉਚਾਰਨ ਕੀਤਾ ਤੇ ਸੱਜਣ ਜਿਹੜਾ ਹੈ ਉਹ ਸ਼ਬਦ ਨੂੰ ਸੁਣ ਰਿਹਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਨੇ ਫਿਰ ਹੋਰ ਅੱਗੇ ਕਿਰਪਾ ਕੀਤੀ। ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਿਸਨ, ਬੱਗਾ ਬੱਗੇ ਕੱਪੜੇ ਤੀਰਥ ਮੱਝ ਵਸਨ, ਘੁੱਟ ਘੁੱਟ ਜੀਆਂ ਖਾਵਣੇ ਬੱਗੇ ਨਾ ਕਹੀਅਨ। ਹੋਰ ਗੁਰੂ ਸਾਹਿਬ ਨੇ ਅੱਗੇ ਕਿਰਪਾ ਕੀਤੀ। ਕੋਠੇ ਮੰਡਪ ਮਾੜੀਆਂ ਪਾਸੋਂ ਚਿਤਵੀਆਂ, ਢੱਠੀਆਂ ਕੰਮ ਨਾ ਆਵਣੀ ਵਿੱਚੋਂ ਸਖਣੀਆਂ। ਜਿਵੇਂ ਗੁਰੂ ਸਾਹਿਬ ਸ਼ਬਦ ਨੂੰ ਗਾਇਨ ਕਰੀ ਜਾ ਰਹੇ ਨੇ, ਸੱਜਣ ਨੂੰ ਆਪਣੇ ਅੰਦਰ ਦੀ ਤਸਵੀਰ ਨਜ਼ਰ ਆਉਂਦੀ ਜਾ ਰਹੀ ਹੈ। ਇਧਰੋਂ ਗੁਰੂ ਸਾਹਿਬ ਪਾਤਸ਼ਾਹ ਜੀ ਨੇ ਮਾਨੋ ਸ਼ਬਦ ਦੀ ਸਮਾਪਤੀ ਕੀਤੀ। ਸੱਜਣ ਠੱਗ ਚਰਨਾਂ ਵਿੱਚ ਆ ਕੇ ਡਿੱਗ ਗਿਆ। ਕਹਿ ਲਗਾ ਸਤਿਗੁਰੂ ਜੋ ਤੁਸੀਂ ਇਹ ਬਚਨ ਗਾਇਨ ਕੀਤੇ ਨੇ ਇਹ ਤਾਂ ਮੇਰੇ ਅੰਦਰ ਦੀ ਹਾਲਤ ਹੈ। ਤਾਂ ਗੁਰਦੇਵ ਨੂੰ ਆਖਿਆ ਪਾਤਸ਼ਾਹ ਮੈਨੂੰ ਇਹਨਾਂ ਦੇ ਭਾਵ ਅਰਥ ਜਿਹੜੇ ਨੇ ਸਮਝਾਓ। ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਨੇ ਆਖਿਆ ਭਾਈ ਸੱਜਣ ਜਿਹੜੇ ਸੱਜਣ ਹੋਇਆ ਕਰਦੇ ਨੇ ਉਹਨਾਂ ਦੇ ਕੰਮ ਜਿਹੜੇ ਨੇ ਉਹ ਮੁਸਾਫਰਾਂ ਨੂੰ ਲੁੱਟਣਾ ਜਾਂ ਠੱਗਣਾ ਜਾਂ ਮਾਰਨਾ ਨਹੀਂ ਹੁੰਦਾ। ਸੱਜਣਾ ਦਾ ਕੰਮ ਹੁੰਦਾ ਹੈ ਆਖਰ ਕਿਸੇ ਲੋੜਵੰਦ ਦੀ ਲੋੜ ਪੂਰੀ ਕਰਨੀ। ਸੱਜਣਾ ਦਾ ਕੰਮ ਹੁੰਦਾ ਹੈ ਕਿਸੇ ਭਟਕੇ ਹੋਏ ਨੂੰ ਰਾਹ ਤੇ ਪਾਉਣਾ। ਸੱਜਣਾ ਦਾ ਕੰਮ ਹੁੰਦਾ ਕਿਸੇ ਭੁੱਖੇ ਪਿਆਸੇ ਦੀ ਪਿਆਸ ਮਿਟਾਉਣੀ, ਭੁੱਖ ਮਿਟਾਉਣੀ, ਨਾ ਕਿ ਕਿਸੇ ਨੂੰ ਭੋਜਨ ਛਕਾ ਕੇ ਤੇ ਉਹਨੂੰ ਠੱਗ ਲੈਣਾ, ਉਹਨੂੰ ਲੁੱਟ ਲੈਣਾ। ਇਹ ਸੱਜਣਾ ਦੇ ਕੰਮ ਨਹੀਂ ਹੁੰਦੇ। ਮਹਾਰਾਜ ਨੇ ਫਿਰ ਸ਼ਬਦ ਦੇ ਭਾਵ ਅਰਥ ਦੱਸੇ। ਕਹਿਣ ਲੱਗੇ ਜਿਵੇਂ ਕਹਿ ਦਾ ਭਾਂਡਾ ਹੁੰਦਾ ਹੈ ਨਾ, ਤੇਰੀ ਹਾਲਤ ਉਸ ਵਰਗੀ ਹੈ। ਕਹਿ ਦਾ ਭਾਂਡਾ ਬਹੁਤ ਚਮਕਦਾ ਹੈ, ਲਿਸ਼ਕਦਾ ਬਹੁਤ ਹੈ, ਪਰ ਜੇ ਤੁਸੀਂ ਉਹਦੇ ਅੰਦਰ ਕੱਪੜਾ ਮਾਰੋਗੇ, 100 ਵਾਰੀ ਕੱਪੜਾ ਮਾਰੋ ਤੇ ਕੱਪੜੇ ਨੂੰ ਕਾਲਖ ਲੱਗ ਜਾਵੇਗੀ। ਸੱਜਣ ਜੀ ਤੁਹਾਡੇ ਅੰਦਰ ਮਨ ਦੀ ਹਾਲਤ ਇਸ ਤਰ੍ਹਾਂ ਜਿਵੇਂ ਕਹਿ ਦੀ ਭਾਂਡੇ ਦੀ ਹਾਲਤ ਹੈ। ਵੇਖਣ ਨੂੰ ਬਾਹਰੋਂ ਚਮਕ ਮਾਰ ਰਹੇ ਹੋ, ਵੇਖਣ ਨੂੰ ਬਾਹਰੋਂ ਧਰਮੀ ਪਹਿਰਾਵਾ ਹੈ, ਪਰ ਅੰਦਰੋਂ ਮਨ ਕਾਲਖ ਨਾਲ ਭਰਿਆ ਹੋਇਆ ਤੁਹਾਡਾ।
बाहर ज्ञान ध्यान इशनान अंतर व्यापै लोभ सुहान। बाहर भीख अंतर मल माया शब्द नाहे कछ करे छपाया। कह लगे भाई बाहरों तो लिशक रहा है और अंदरों विकारां दे नाल अंदरों बुराइयां नाल मन मैला होया पिया। सज्जन सही नाल मैं चलदियां नाल चलन जिथे लिखा मंगीए तिथे खड़े दिसन। सज्जन ते ऐसे हुंदे ने चंगे जेड़े नाल चलदे ने, नाल ही नहीं चलदे बल्कि जिथे लेखा जोखा हिसाब होवे उत्थे भी नाल खड़न। भाव बंदे दे चंगे गुण चंगियाइयां ही उहदे मित्र हुंदे ने। फिर महाराज ने होर समझाया कृपा की। कह लगे सज्जन जी तुहाडी हालत उन्हां बगलियां वर्गी है जेड़े केवल बाहरों वेखण विच खंभ दे चिट्टे ने पर अंदरों उन्हां दे कपटे छाले वो जीवां नूं फड़ के ते घुट-घुट के खा जाते हैं। तुहाडी हालत ऐसी है। तुसी धार्मिक स्थान ते बैठ के भाव जिवें तीर्थां दे उत्ते कोई धर्मी बंदे बैठ के ते आए हुए मुसाफरां नूं आए हुए तीर्थ यात्रियां नूं उन्हां तो धन ते दौलत लुट लैंदे। तुहाडी हालत ऐसी है। बग्गा बग्गे कपड़े तीर्थ मंज वसन। तुसी बगले हो, कपटी हो, पखंडी हो, छल करदे हो लोकां दे नाल। कह लगे नहीं भाई तुहानूं इस तरह करना शोभदा नहीं। घुट घुट जियां खावणी बग्गे ना कहिए। तुसी फिर धर्मी किवें हो सकदे हो? धर्मी बंदा तो इस तरह नहीं करता। महाराज ने फिर आख्या कोठे मंडप माड़ियां पासों चितवियां तुहाडी हालत इस तरह है कोई बहुत सारे चंगे घर होण, महल माड़ियां बाहरों वो चितरे होण, खूबसूरती उन्होंने डिजाइन की होवे, बड़ा ही सजाया होवे घर नूं पर घर अंदर कोई रहिंदा ना होवे। फिर उस घर का की फायदा? किसी काम नहीं होंदे। इहो जे शरीर किस काम दे जिन्हां दे अंदर कोई चंगे गुण ही नहीं वसदे, चंगियाइयां ही कोई नहीं। तो फिर ये तो घर इस तरह ने जिवें बाहरों तो बड़े शिंगारे हुए ने पर अंदरों खाली ने। गुरुदेव ने कृपा की। कह लगे तेरी हालत सिमल दे रुख वर्गी। सिमल रुख शरीर में मैजन देख भुलन छे गुण कम ना आवनी ते गुण मैं तन हन। सिमल का रुख बहुत उच्चा होता है ते उनके फल जिहड़े ने वो बड़े सोहणे होंदे ने। पंछी उन्हां फलां नूं वेख के आउंदे ने पर जदों आके फल खांदे ने तां फिक्के ते बक बके बेसवादे होंदे ने। वो आस करके आउंदे ने भी सानूं इत्थों फल मिलेगा पर जदों आउंदे ने आके चुंझ मार के फल नूं चखदे ने ते बेसवादे ने फिर निराश होके जांदे। बहुत सारे ऐसे मनुख आस लैके सज्जन वर्गे लोगों को आउंदे ने धर्मी पहरावा वेख के भी कुछ मिलेगा पर जदों आउंदे ने ते वो फिर निराश होके जाते हैं क्योंकि उन्हां पल्ले कोई भी चंगियाई नहीं होती। तुहाडी हालत सिमल दे रुख वर्गी है। महाराज ने आख्या तुहाडी हालत उस अन्ने मनुख वर्गी है जिन्हें पापां दा सिर ते भार चुकिया होया है ते विकारां ते विषय रूपी पहाड़ियां ते सफर करना है। ते कह लगे ज्ञान दियां अखां नहीं हैगियां पर वो चाहते ने भी आपां धर्मी बन जाइए, धर्म कमा लीए। अंदले भार उठाया डूगर वाट बहुत अखी लोड़ी ना चढ़ा। कह लगे अखी लोड़ी जे अखां दे नाल कह लगे नजर नहीं आउंदा ते कह लगे चढ़ना मैं चाहना वा उन्हां पहाड़ियां ते जिहड़े विषय विकारां नाल भरियां होईयां। अखी लोड़ी ना लहा हाँ चढ़ लंघा कित मैं चढ़ के किवें वो पहाड़ियां विषय विकारां दियां पार करांगा जदों कि मेरे कोल ज्ञान दियां अखां नहीं हैगी। हाँ पापां दा सिर ते भार जरूर है बस वो भार मैं लद्या हुआ सिर ते यतन करदा वां भी मैं वो विषय विकार रूपी पहाड़ियां नूं पार कर जावां पर ज्ञान दियां अखां। सज्जन ने आख्या सतगुरु कृपा करो फिर मैनूं समझाओ, मैनूं सोझी बख्शो कि मैं फिर किवें ये जीवन सफला कर सकां। गुरु नानक साहब ने आख्या कह लगे चाकरियां चंगियाइयां अवर सियाणप कित नानक नाम संभाल तू बद्धा छुटै जित। जे तू अपनियां ये चलाकियां लोकां नूं ठगण वालियां छड्ड देवे ना चतुराइयां तू कहना मैं बहुत सियाणा वां क्योंकि मैं लोकां नूं मूर्ख बना सकदा क्योंकि मैं लोगों को मूर्ख बना देना वा तो मैं उन्होंने ठग लेना मैं बहुत सियाणा वा।
महाराज कह लगे ये सियाणपां ये चतुराइयां छड्ड के परमात्मा दे नाम दा पल्ला फड़ लै तां तू इन्हां तो बच सकेगा। किन्ना चंगा सी उह सज्जन जिन्हें गुरु नानक साहिब दे इस शब्द नूं सुन के ते ठगियां छड्ड के भाई सज्जन बन गया। अज आपां हज़ारां वारी ये शब्द अखंड पाठ साहिब भी करवा लैंदे आ, सहज पाठ भी हो जाते हैं, कीर्तनियां पासों भी सुन लैंदे आ, कथा विच भी सुन लैंदे आ कि साडा मन वो ठगियां करनियां छड्ड दिंदा। नहीं छड्डदा, उवें ही करी जा रहे हैं ना। तो फिर साडे नालों सज्जन किते चंगा सी, आपां की सज्जन बन सके। गुरु साहब कह लगे ये मैला मन गुरु दी विचार राही ही बदलेगा, नहीं तो यह सदा मैला रहेगा। तो ये मैला मन किवें पवित्र होगा? गुरुदेव कहते जिदन तेरे कर्म निर्मल हो जाएंगे। कर्म करत हुए निष्कर्म तिस वैष्णो के निर्मल कर्म। जेड़ा बंदा निर्मल कर्म कर लग जाएगा, चंगे काम कर लग जाएगा, फिर इन्हां नहीं साहब आखते ने गुर सेवा ते मन निर्मल हुए अज्ञान अंधेरा जाए। जिदन तू गुरु की सेवा कर लग जाएगा तेरे अंदरों वो मैला मन जिहड़ा है बुराइयां चितवदा है, सहजे सहजे गुरु की सेवा राही अंदरों मैल जिहड़ी है वो धोती जाएगी। केवल दो दातां जिहड़ियां सानू गुरु दर तो बड़ियां वडबोलियां मिलदियां ने, एक है गुरु की सेवा, दूजा सिमरन। जेड़ा गुरु की सेवा दसी कर लैंदा है ते नाल नाल सिमरन भी करता है, ऐसे मनुख का मन सहजे सहजे अंदरों निर्मल हो जाता है, मैल अंदरों कट्टी जाती है, अंदरों मलीनता खत्म हो जाती है ते मन निर्मल हो जाता है, निर्मलता आ जाती जीवन में। धन गुरु गुरु अंगद साहब महाराज पातशाह जी का एक सिख जिदा नाम भाई जोध गुरु चरणों के विच आया है। जिदन आया तो उच्च जाति का हंकार सी अंदर। गुरु साहब ने चरणों में आके बेनती की, गुरुदेव ये मन मैला है, हंकार नाल भरिया होया है, किरपा करो ये मन निर्मल हो जाए, तो तुसी किरपा करके मैनू समझाओ भी ये मन निर्मल किवें होवेगा। गुरु अंगद साहब कह लगे भाई संगत के झूठे बर्तनों की सेवा करया करो। भाई जोत जी नित गुरु के संतां दे जेड़े पत्तल होया करते सन उन्होंने चुकना, झूठे बर्तनों को धोना, बल्कि इन्ना ही नहीं उस झूठे भोजन को छक भी लेना, नित की यह जीवन की कार बना ली, कर्म बना लिया। नित उन्होंने ये कर्म करना, सहजे सहजे कर्म चंगा हो गया। एक दिन हिरदे की भावना ऐसी बनी कि गुरु अंगद साहब आप जदों लंगर छकन का वक्त होया तो आप पंगत में आके बैठ गए। भाई जोत जी ने आवाज़ मारी, अपने नाल बिठा लिया, अपने प्रशादे विचों कुछ प्रशादा भाई जोत नूं दिता। भाई जोत जी प्रशादा छक के बड़े प्रसन्न हुए, हिरदे की भावना बन गई, मन निर्मल हो गया, उच्च जाति का मान खत्म हो गया, हंकार हौवे अंदरों धोती गई। हुण जिदन प्रशादा गुरु नाल बैठ के छकिया तो उस तो अगले दिन हुण उन्होंने फिर झूठा प्रशादा नहीं छकिया, बल्कि झूठे बर्तनों की सेवा नित करते रहे। कुछ सिखा ने वेख्या, उन्हें आख्या कह लगे भाई जोत पहला तो झूठा भोजन भी छकदा सै, हुण की होया जिदन का गुरु नाल बैठ के प्रशादा छकिया लगदा तैनूं फिर उच्च जाति का मान हो गया। भाई जोत जी कह लगे नहीं भाई पहला मेरा अंदरों मन मैला सी ते मन मैले नूं धोण वास्ते मैं गुरु की दसी सेवा भी करता सा ते झूठा भोजन भी छक लैंदा सा। जिदन गुरु ने कृपा की है दिव दृष्टि राही इस हिरदे रूपी मैले मन नूं धो के रख दिता है। कह लगे हुण इस मैले मन नूं जिदन दा गुरु ने धोता है मन निर्मल हो गया है। निर्मल मन में गुरु का उपदेश वस गया है, तो जिथे गुरु वसदा होवे फिर उत्थे झूठा भोजन किवें मैं छक सकदा। ये भावना बन गई हिरदे अंदर दे मन की मैल धोती गई। गुरु नानक देव महाराज पातशाह जी ने बड़े सुखैन ढंग दे नाल सानू रोजाना ही समझाया। एक निक्के जे बच्चे नूं तुसीं पुछ लवो, वो भी जिहड़ा है एक इस सवाल का जवाब दे देगा भी जे किते हथ ते पैर मिट्टी नाल भरे जान, गंदगी नाल भरे जान, तो उन्हां नूं साफ किवें करना, तो वह बच्चा भी दस देगा भी ये
ਹੱਥਾਂ ਨੂੰ ਆਪਾਂ ਪਾਣੀ ਦੇ ਨਾਲ ਧੋਣਾ ਹੈ। ਬੱਚਾ ਵੀ ਦੱਸ ਦੇਵੇਗਾ ਵੀ ਸਾਬਣ ਦੇ ਨਾਲ ਤੁਸੀਂ ਆਪਣੇ ਹੱਥ ਤੇ ਪੈਰ ਨੂੰ ਤੁਹਾਨੂੰ ਧੋ ਸਕਦੇ। ਕਿੰਨਾ ਸੌਖਾ ਤਰੀਕਾ ਗੁਰੂ ਸਾਹਿਬ ਨੇ ਵਰਤਿਆ। ਗੁਰਦੇਵ ਆਖਦੇ ਨੇ ਜਿਵੇਂ ਤੇਰੇ ਹੱਥ ਪੈਰ ਤਨ ਇਹ ਮਲੀਨਤਾ ਨਾਲ ਭਰ ਜਾਂਦੇ ਨੇ ਤੇ ਤੂੰ ਫਿਰ ਇਸ ਤਨ ਨੂੰ ਪਾਣੀ ਨਾਲ ਧੋਣਾ। ਜਿੱਦਣ ਤੇਰੇ ਵਸਤਰ ਜਿਹੜੇ ਨੇ ਉਹ ਮਲੀਨਤਾ ਨਾਲ ਭਰ ਜਾਂਦੇ ਨੇ ਉਦੋਂ ਤੂੰ ਸਾਬਣ ਲਾ ਕੇ ਇਹਦੇ ਵਿੱਚੋਂ ਮੈਲ ਕੱਢਦਾ। ਬਸ ਇਸੇ ਤਰ੍ਹਾਂ ਤੂੰ ਆਪਣਾ ਜਿੱਦਣ ਤੇਰਾ ਮਨ ਤੇਰੀ ਮਤ ਵਿਕਾਰਾਂ ਦੇ ਪਾਪਾਂ ਨਾਲ ਭਰ ਜਾਵੇ ਉਦੋਂ ਪਰਮਾਤਮਾ ਦੇ ਨਾਮ ਨਾਲ ਤੂੰ ਆਪਣੇ ਮਨ ਨੂੰ ਧੋਣਾ ਸ਼ੁਰੂ ਕਰ ਦੇਵੀਂ, ਤੇਰਾ ਮਨ ਵੀ ਧੁੱਪ ਜਾਵੇਗਾ। ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤਾ ਪੁੱਤਰ ਸਖੇ, ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਧੋਏ। ਭਰੀਏ ਮਤ ਪਾਪਾਂ ਕੈ ਸੰਗ ਉਹ ਧੋਪੈ ਨਾ ਮੈਂ ਕਹਿਣਾ। ਜਿੱਦਣ ਤੇਰੀ ਮਤ ਵਿਕਾਰਾਂ ਨਾਲ ਮੈਲੀ ਹੋ ਜਾਵੇ, ਤੇਰਾ ਮਨ ਮੈਲਾ ਹੋ ਜਾਵੇ, ਉਦੋਂ ਤੂੰ ਪਰਮਾਤਮਾ ਦੇ ਨਾਮ ਨਾਲ ਜੁੜ ਜਾਵੀਂ। ਨਾਮ ਤੇਰੇ ਮਨ ਨੂੰ ਧੋਵੇਗਾ। ਜਿਵੇਂ ਪਾਣੀ ਕੇਵਲ ਤਨ ਨੂੰ ਧੋ ਸਕਦਾ ਹੈ, ਮਨ ਨੂੰ ਨਹੀਂ ਧੋ ਸਕਦਾ, ਇਸੇ ਤਰ੍ਹਾਂ ਬਾਣੀ ਤੇ ਨਾਮ ਤੇਰੇ ਮਨ ਨੂੰ ਧੋ ਦੇਣਗੇ। ਗੁਰਦੇਵ ਤਾਂ ਸਾਨੂੰ ਰੋਜ਼ਾਨਾ ਹੀ ਰੱਬੀ ਬਾਣੀ ਵਿੱਚ ਆਖ ਦੇਣਾ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਈ ਅਰੋਗਾ। ਤੂੰ ਰੋਜ਼ ਪਰਮਾਤਮਾ ਦਾ ਜਿੱਥੇ ਸਰੀਰਕ ਇਸ਼ਨਾਨ ਕਰਦਾ ਹੈ ਨਾ, ਉੱਥੇ ਮਨ ਕਰਕੇ ਵੀ ਇਸ਼ਨਾਨ ਕਰਿਆ ਕਰ, ਤੇਰਾ ਮਨ ਤੇ ਤਨ ਦੋਵੇਂ ਅਰੋਗ ਹੋ ਜਾਣਗੇ। ਹੁਣ ਇੱਥੇ ਕੋਈ ਫਰਕ ਹੈ, ਜਦੋਂ ਆਪਾਂ ਕੱਪੜੇ ਨੂੰ ਧੋਨੇ ਆ ਜਾਂ ਤਨ ਨੂੰ ਧੋਨੇ ਆ ਸਾਬਣ ਦੇ ਨਾਲ, ਜਦੋਂ ਕੱਪੜੇ ਨੂੰ ਆਪਾਂ ਤਨ ਨੂੰ ਢੱਕਦੇ ਆ ਤੇ ਸੁਭਾਵਿਕ ਗੱਲ ਹੈ ਵੀ ਕੱਪੜਾ ਸਮਾਂ ਪਾ ਕੇ ਮੈਲਾ ਹੋ ਜਾਂਦਾ ਤੇ ਤਨ ਨੂੰ ਵੀ ਲੋੜ ਪੈਂਦੀ ਹੈ ਤੇ ਇਸ ਕੱਪੜੇ ਨੂੰ ਵੀ ਲੋੜ ਪੈਂਦੀ ਹੈ ਸਾਬਣ ਦੀ। ਹੁਣ ਜਦੋਂ ਆਪਾਂ ਸਾਬਣ ਦੇ ਨਾਲ ਕਿਸੇ ਕੱਪੜੇ ਨੂੰ ਧੋਨੇ ਆ ਤਾਂ ਸਾਬਣ ਜਿਹੜਾ ਕੱਪੜੇ ਨੂੰ ਉਦੋਂ ਤੱਕ ਲੱਗਾ ਰਹਿੰਦਾ ਜਦੋਂ ਤੱਕ ਪਾਣੀ ਆਪਾਂ ਨਹੀਂ ਲਾਉਂਦੇ। ਪਰ ਵੇਖੋ ਜਦੋਂ ਆਪਾਂ ਕੱਪੜੇ ਨੂੰ ਪਾਣੀ ਦੇ ਨਾਲ ਧੋ ਦਿੰਦੇ ਆ ਤੇ ਸਾਬਣ ਆਪਣਾ ਸਾਥ ਛੱਡ ਦਿੰਦਾ ਹੈ। ਪਰ ਨਾਮ ਦੀ ਗੱਲ ਬਿਲਕੁਲ ਉਲਟੀ। ਜਦੋਂ ਤੁਸੀਂ ਆਪਣੇ ਮਨ ਨੂੰ ਨਾਮ ਦੇ ਨਾਲ ਧੋਵੋਗੇ, ਫਿਰ ਨਾਮ ਜਿਹੜਾ ਮਨ ਵਿੱਚ ਵਸ ਜਾਵੇਗਾ। ਸਾਬਣ ਤੇ ਸਮਾਂ ਪਾ ਕੇ ਕੱਪੜੇ ਨੂੰ ਛੱਡ ਦਿੰਦਾ, ਪਾਣੀ ਨਾਲ ਧੋਤੇ ਆ, ਪਰ ਮਨ ਵਿੱਚ ਵਸਿਆ ਹੋਇਆ ਨਾਮ ਆਪਣਾ ਪ੍ਰਭਾਵ ਨਹੀਂ ਛੱਡਦਾ। ਨਾਮ ਸਦਾ ਹੀ ਮਨ ਦੇ ਨਾਲ ਰਹਿੰਦਾ ਹੈ। ਤਾਂ ਇਹ ਫਰਕ ਹੈ। ਗੁਰਦੇਵ ਆਖਦੇ ਨੇ ਜਿੱਦਣ ਤੇਰੀ ਮੱਤ ਤੇਰਾ ਮਨ ਮੈਲਾ ਹੋ ਜਾਵੇ ਤੇ ਤੂੰ ਉਦੋਂ ਨਾਮ ਨਾਲ ਜੁੜ ਜਾਵੀਂ, ਗੁਰਬਾਣੀ ਨਾਲ ਜੁੜੀ। ਮਨ ਧੋਵੋ ਸ਼ਬਦ ਲਾਗੂ ਹਰਸ਼ੋ ਰਹੋ ਚਿਤ ਲਾਏ। ਗੁਰਬਾਣੀ ਨਾਲ ਜੁੜਿਆ ਇਸ ਮੈਲੇ ਮਨ ਨੂੰ ਧੋਤਾ ਜਾ ਸਕਦਾ, ਵਿਕਾਰੀ ਮਨ ਨੂੰ ਧੋਤਾ ਜਾ ਸਕਦਾ। ਸੋ ਜਿਹੜਾ ਇਹ ਮਨ ਵਿਕਾਰੀ ਹੋ ਚੁੱਕਿਆ ਹੈ, ਮੈਲਾ ਹੋ ਚੁੱਕਿਆ ਹੈ, ਇਹਨੂੰ ਨਾਮ ਨਾਲ ਆਪਾਂ ਧੋ ਸਕਦੇ ਹਾਂ। ਤੇ ਸਭ ਤੋਂ ਉੱਤਮ ਜਗ੍ਹਾ ਸਤ ਸੰਗਤ। ਸਤ ਸੰਗਤ ਵਿੱਚ ਆਇਆ ਇਸ ਮਨ ਨੂੰ ਬੜੇ ਸਹਿਜੇ ਢੰਗ ਨਾਲ ਧੋਤਾ ਜਾ ਸਕਦਾ ਹੈ। ਤਾਂ ਗੁਰਦੇਵ ਕਿਰਪਾ ਕਰਨ, ਧੰਨ ਗੁਰੂ ਅਮਰਦਾਸ ਮਹਾਰਾਜ ਆਖਦੇ ਨੇ, ਮਨ ਮੈਲੇ ਸਭ ਕਿਛ ਮੈਲਾ, ਤਨ ਧੋਤਾ ਮਨ ਹੱਛਾ ਨਾ ਹੋਏ। ਤੇ ਜਿੱਦਣ ਤੇਰਾ ਮਨ ਹੱਛਾ ਹੋਵੇਗਾ, ਇਹ ਕੇਵਲ ਹੋਵੇਗਾ ਨਾਮ ਦੇ ਰਾਹੀਂ। ਤਾਂ ਨਾਮ ਨਾਲ ਜੁੜਿਆ, ਬਾਣੀ ਨਾਲ ਜੁੜਿਆ ਮਨ ਦਾ ਇਸ਼ਨਾਨ ਕਰਨਾ ਹੈ ਤੇ ਤਨ ਦਾ ਇਸ਼ਨਾਨ ਆਪਾਂ ਪਾਣੀ ਨਾਲ ਕਰਦੇ ਹਾਂ। ਗੁਰਦੇਵ ਕਿਰਪਾ ਕਰਨ, ਬਖਸ਼ਿਸ਼ ਕਰਨ, ਸਾਡੇ ਮਨ ਦੀ ਜਿਹੜੀ ਮਲੀਨਤਾ ਹੈ ਉਹ ਨਾਮ ਦੇ ਰਾਹੀਂ, ਸ਼ਬਦ ਦੇ ਰਾਹੀਂ ਧੋਤੀ ਜਾਵੇ ਤੇ ਆਪਾਂ ਨਿਰਮਲ ਮਨ ਵਾਲੇ, ਚੰਗੇ ਸੁਭਾਅ ਵਾਲੇ, ਚੰਗੇ ਗੁਣਾਂ ਵਾਲੇ ਬਣ ਕੇ ਤੇ ਆਪਣਾ ਜੀਵਨ ਸਵਾਰ ਸਕੀਏ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।